ਵੀਡੀਓ ਦੇਖ ਰਹੇ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਨੀ ਹੈ ਜੀ ਥਰਮੋਡਾਇਨਮਿਕ ਪ੍ਰੋਸੈਸਿਸ ਦੇ ਅਗਲੇ ਟੌਪਿਕ ਦੇ ਬਾਰੇ, ਜਿਸ ਦੇ ਵਿੱਚ ਅਸੀਂ ਗੱਲ ਕਰਾਂਗੇ ਅੱਜ ਆਈਸੋਥਰਮਲ ਪ੍ਰੋਸੈਸਿਸ ਦੇ ਬਾਰੇ। ਕਿ ਜਿਹੜੀ ਆਈਸੋਥਰਮਲ ਪ੍ਰੋਸੈਸ ਹੈ ਜਾਂ ਜਿਸ ਨੂੰ ਅਸੀਂ ਕਾਂਸਟੈਂਟ ਟੈਂਪਰੇਚਰ ਪ੍ਰੋਸੈਸ ਵੀ ਕਹਿੰਦੇ ਹਾਂ, ਉਹ ਕੀ ਚੀਜ਼ ਹੈ। ਤਾਂ ਜਦੋਂ ਵੀ ਕਿਸੇ ਅਸੀਂ ਸਿਸਟਮ ਨੂੰ, ਜਿਸ ਦੇ ਅੰਦਰ ਅਸੀਂ ਕੋਈ ਫਲੂਇਡ ਲਿਆ ਹੋਇਆ ਹੈ, ਜਿਸ ਦੇ ਅੰਦਰ ਕੋਈ ਗੈਸ ਹੋ ਸਕਦੀ ਹੈ ਜਾਂ ਕੋਈ ਤਰਲ ਪਦਾਰਥ ਹੋ ਸਕਦਾ, ਤਾਂ ਉਸ ਟਾਈਮ ਜਦੋਂ ਉਸ ਸਿਸਟਮ ਨੂੰ ਅਸੀਂ ਹੀਟ ਸਪਲਾਈ ਕਰਦੇ ਹਾਂ, ਤਾਂ ਡਿਊਰਿੰਗ ਦੈਟ ਪ੍ਰੋਸੈਸ ਜਦੋਂ ਉਸ ਪ੍ਰੋਸੈਸ ਦਾ ਟੈਂਪਰੇਚਰ ਕਾਂਸਟੈਂਟ ਰੱਖ ਕੇ ਅਤੇ ਬਾਕੀਆਂ ਪ੍ਰੋਪਰਟੀਜ਼ ਨੂੰ ਅਸੀਂ ਚੈੱਕ ਆਊਟ ਕਰਦੇ ਹਾਂ, ਤਾਂ ਉਸ ਪ੍ਰੋਸੈਸ ਨੂੰ ਅਸੀਂ ਆਈਸੋਥਰਮਲ ਪ੍ਰੋਸੈਸ ਕਾਊਂਟ ਕਰਦੇ ਹਾਂ। ਜਿਵੇਂ ਕਿ ਅਸੀਂ ਇੱਥੇ ਪੜ੍ਹ ਸਕਦੇ ਹਾਂ, ਆ ਪ੍ਰੋਸੈਸ ਇਨ ਵਿਚ ਦਾ ਟੈਂਪਰੇਚਰ ਆਫ ਅ ਗਿਵਨ ਮਾਸ ਆਫ ਅ ਗੈਸ ਰਿਮੇਨ ਕਾਂਸਟੈਂਟ when heat is supplied to a gas is known as isothermal or constant temperature process। कि जिस प्रोसैस ਦੇ ਅੰਦਰ ਸਾਡਾ ਟੈਂਪਰੇਚਰ ਆਫ ਅ ਗਿਵਨ ਮਾਸ, ਕਿ ਜੋ ਗੈਸ ਲੈਣੀ ਹੈ ਉਸ ਦਾ ਕੁਝ ਮਾਸ ਜੋ ਅਸੀਂ ਕੰਸੀਡਰ ਕਰਨਾ, ਉਹ ਸਾਡੇ ਕੋਲ ਕੁਝ ਕਾਊਂਟੇਬਲ ਹੋਣਾ ਚਾਹੀਦਾ ਹੈ, ਜਿਹਨੂੰ ਅਸੀਂ ਯੂਨਿਟ ਹੀ ਕਾਊਂਟ ਕਰ ਸਕਦੇ ਹਾਂ। ਤਾਂ ਉਸ ਟਾਈਮ ਜਿੰਨੀ ਉਸ ਸਿਸਟਮ ਨੂੰ ਹੀਟ ਸਪਲਾਈ ਅਸੀਂ ਕਰਾਂਗੇ, ਉਸ ਦੌਰਾਨ ਉਸ ਸਿਸਟਮ ਦਾ ਟੈਂਪਰੇਚਰ ਕਾਂਸਟੈਂਟ ਰਹੂਗਾ, ਅਤੇ ਉਸ ਪ੍ਰੋਸੈਸ ਨੂੰ ਅਸੀਂ ਆਈਸੋਥਰਮਲ ਪ੍ਰੋਸੈਸ ਜਾਂ ਕਾਂਸਟੈਂਟ ਟੈਂਪਰੇਚਰ ਪ੍ਰੋਸੈਸ ਕਹਿ ਸਕਦੇ ਹਾਂ। ਨੈਕਸਟ ਪੁਆਇੰਟ 'ਚੋਂ ਗੱਲ ਕਰ ਰਿਹਾ, ਇਨ ਦਿਸ ਦਾ ਸਿਸਟਮ ਹੈਜ਼ ਅ ਮੂਵੇਬਲ ਬਾਊਂਡਰੀ, ਕਿ ਇਸ ਸਿਸਟਮ ਦੇ ਅੰਦਰ ਜੋ ਅਸੀਂ ਸੈਟਅਪ ਲੈਣਾ ਹੈ, ਉਸ ਦੇ ਅੰਦਰ ਜੋ ਸਿਸਟਮ ਦੀ ਬਾਊਂਡਰੀ ਹੋਣੀ ਚਾਹੀਦੀ ਆ, ਉਹ ਮੂਵੇਬਲ ਬਾਊਂਡਰੀ ਹੋਊਗੀ। ਕਿਉਂਕਿ ਜਿਵੇਂ ਸਾਨੂੰ ਪਤਾ ਹੈ ਕਿ ਇਸ ਸਿਸਟਮ ਦੇ ਅੰਦਰ ਸਾਡਾ ਜੋ ਟੈਂਪਰੇਚਰ ਹੈ ਉਹਨੂੰ ਅਸੀਂ ਕਾਂਸਟੈਂਟ ਰਖਵਾਉਣਾ ਹੈ। ਟੈਂਪਰੇਚਰ ਤਾਂ ਹੀ ਕਾਂਸਟੈਂਟ ਰਹਿ ਸਕਦਾ ਹੈ ਜਦੋਂ ਉਸ ਸਿਸਟਮ ਦੀ ਜੋ ਬਾਊਂਡਰੀ ਹੋਊਗੀ ਉਹ ਮੂਵੇਬਲ ਹੋਊਗੀ। ਕਿਉਂਕਿ ਸਾਨੂੰ ਪਤਾ ਹੈ ਕਿ ਜਦੋਂ ਸਿਸਟਮ ਨੂੰ ਹੀਟ ਸਪਲਾਈ ਕੀਤੀ ਜਾਵੇ ਤਾਂ ਉਹਦੀਆਂ ਜਿਹੜੀਆਂ ਪ੍ਰੋਪਰਟੀਜ਼ ਨੇ, ਜਿਵੇਂ ਕਿ ਟੈਂਪਰੇਚਰ, ਪ੍ਰੈਸ਼ਰ ਅਤੇ ਵੋਲਿਊਮ, ਉਹਨਾਂ ਦੇ ਵਿੱਚ ਚੇਂਜਿਸ ਹੋਣਗੇ ਹੀ ਹੋਣਗੇ। ਔਰ ਜਦੋਂ ਅਸੀਂ ਟੈਂਪਰੇਚਰ ਕਾਂਸਟੈਂਟ ਰੱਖਣਾ ਹੈ ਤਾਂ ਬਾਕੀ ਦੀਆਂ ਜਿਹੜੀਆਂ ਦੋ ਪ੍ਰੋਪਰਟੀਜ਼ ਨੇ ਉਹ ਇਨਕਰੀਜ਼ ਕਰਨਗੀਆਂ। ਪ੍ਰੈਸ਼ਰ ਵੀ ਵਧੂਗਾ, ਪ੍ਰੈਸ਼ਰ ਦੇ ਵਧਣ ਦੇ ਨਾਲ ਉਸ ਦਾ ਟੈਂਪਰੇਚਰ ਕਾਂਸਟੈਂਟ ਰੱਖਣ ਦੇ ਲਈ ਸਾਨੂੰ ਉਸ ਦਾ ਵੋਲਿਊਮ ਵਧਾਉਣਾ ਪੈਣਾ। ਤਾਂ ਜਦੋਂ ਵੋਲਿਊਮ ਵਧਾਉਣਾ ਪਊਗਾ ਤਾਂ ਬਾਊਂਡਰੀ ਸਾਡੀ ਮੂਵੇਬਲ ਹੋਣੀ ਹੀ ਚਾਹੀਦੀ ਹੈ। ਸੋ ਇਸ ਦੌਰਾਨ ਅਗਲੇ ਪੁਆਇੰਟ 'ਚ ਗੱਲ ਕਰ ਰਿਹਾ, ਦੇਅਰਫੋਰ ਦਾ ਡਿਸਪਲੇਸਮੈਂਟ ਵਰਕ ਇਜ਼ ਪ੍ਰੈਜ਼ੈਂਟ ਬਟ ਦਾ ਸਿਸਟਮ ਟੈਂਪਰੇਚਰ ਇਜ਼ ਰਿਮੇਨਸ constant by contact of the system with a constant temperature reservoir। ਕਿ ਇਸ ਦੌਰਾਨ ਜਦੋਂ ਇਸ ਤਰ੍ਹਾਂ ਦਾ ਕੁਝ ਪ੍ਰੋਸੈਸ ਅਸੀਂ ਅਚੀਵ ਕਰਾਂਗੇ ਤਾਂ ਇਸ ਦੌਰਾਨ ਸਾਨੂੰ ਕੁਝ ਵਰਕ ਆਊਟਪੁੱਟ ਮਿਲੂਗਾ, ਡਿਸਪਲੇਸਮੈਂਟ ਵਰਕ ਮਿਲੂਗਾ। ਕਿਉਂਕਿ ਸਾਨੂੰ ਪਤਾ ਕਿ ਵਰਕ ਆਊਟਪੁੱਟ ਸਾਨੂੰ ਕਦੋਂ ਮਿਲਦਾ ਕਿਸੇ ਸਿਸਟਮ ਦੇ ਅੰਦਰ, ਵਰਕ ਦਾ ਫਾਰਮੂਲਾ ਹੁੰਦਾ ਸਾਡੇ ਕੋਲ ਪ੍ਰੋਡਕਟ ਆਫ ਪ੍ਰੈਸ਼ਰ ਇਨਟੂ ਚੇਂਜ ਇਨ ਵੋਲਿਊਮ। ਤਾਂ ਇਸ ਜਗ੍ਹਾ 'ਤੇ ਜਦੋਂ ਵੋਲਿਊਮ ਚੇਂਜ ਕਰੂਗਾ ਤਾਂ ਸਾਨੂੰ ਵਰਕ ਆਊਟਪੁੱਟ ਕੁਛ ਨਾ ਕੁਛ ਮਿਲੂਗਾ ਹੀ ਮਿਲੂਗਾ। ਸੋ ਟੈਂਪਰੇਚਰ ਨੂੰ ਹੁਣ ਨਾਲ ਹੀ ਗੱਲ ਕਰ ਰਹੇ ਕਿ ਕਾਂਸਟੈਂਟ ਕਿਵੇਂ ਰਖਵਾ ਰਹੇ ਹਾਂ ਅਸੀਂ, ਕਿ ਇਸ ਸਿਸਟਮ ਦੇ ਨਾਲ ਹੀ ਅਸੀਂ ਇੱਕ ਰੈਜ਼ਰਵਾਇਰ ਅਟੈਚ ਕਰ ਰਹੇ ਹਾਂ, ਜਿਹਨੂੰ ਅਸੀਂ ਕਾਂਸਟੈਂਟ ਟੈਂਪਰੇਚਰ ਰੈਜ਼ਰਵਾਇਰ ਕਾਊਂਟ ਕੀਤਾ। ਸੋ ਇਹ ਰੈਜ਼ਰਵਾਇਰ ਉਸ ਪਰਟੀਕੂਲਰ ਸਿਸਟਮ ਦਾ ਟੈਂਪਰੇਚਰ ਮੇਨਟੇਨ ਕਰਕੇ ਰੱਖਣ ਦੇ ਲਈ ਹੈਲਪ ਕਰੂਗਾ। ਸੋ ਨੈਕਸਟ ਅਗਲੇ ਪੁਆਇੰਟ 'ਚੋਂ ਗੱਲ ਕਰ ਰਿਹਾ, ਡਿਊਰਿੰਗ ਐਕਸਪੈਂਸ਼ਨ the volume will increase to maintain the temperature constant। ਕਿ ਜਦੋਂ ਐਕਸਪੈਂਸ਼ਨ ਦਾ ਪ੍ਰੋਸੈਸ ਹੋਊਗਾ ਤਾਂ ਉਸ ਦੌਰਾਨ ਜਿਹੜਾ ਵੋਲਿਊਮ ਇਨਕਰੀਜ਼ ਹੋ ਰਿਹਾ ਉਹ ਹੈਲਪ ਕਰ ਰਿਹਾ ਟੈਂਪਰੇਚਰ ਨੂੰ ਕਾਂਸਟੈਂਟ ਰੱਖਣ ਦੇ ਲਈ, ਜਿਵੇਂ ਕਿ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ। The work done during the process will be equal to the area of the curve 1 to 2 on volume axis। ਕਿ ਜਿਹੜਾ ਇਸ ਜਗ੍ਹਾ 'ਤੇ ਸਾਨੂੰ ਵਰਕ ਆਊਟਪੁੱਟ ਮਿਲਣਾ ਹੈ ਪ੍ਰੋਸੈਸ ਦੇ ਦੌਰਾਨ, ਉਹ ਕਿਸ ਦੇ ਇਕੁਅਲ ਹੋਏਗਾ, ਜਿੰਨਾ ਕਰਵ ਦਾ ਏਰੀਆ ਹੋਏਗਾ ਵੋਲਿਊਮ ਐਕਸਿਸ ਦੇ ਉੱਤੇ, ਉਸ ਦੇ ਬਰਾਬਰ। ਨੈਕਸਟ ਆਓ ਅਸੀਂ ਹੁਣ ਡਾਇਗਰਾਮ ਦੀ ਹੈਲਪ ਦੇ ਨਾਲ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹੀ ਪ੍ਰੋਸੈਸ ਅਗਰ ਅਸੀਂ ਡਰਾ ਕਰੀਏ ਤਾਂ ਉਹ ਕਿਸ ਤਰੀਕੇ ਦੇ ਨਾਲ ਸਾਨੂੰ ਨਜ਼ਰ ਆਏਗਾ। ਤਾਂ ਤੁਸੀਂ ਇੱਥੇ ਦੋ ਡਾਇਗਰਾਮ ਦੇਖ ਸਕਦੇ ਹੋ। ਲੈਫਟ ਹੈਂਡ ਸਾਈਡ ਦੇ ਉੱਤੇ ਅਸੀਂ ਇੱਕ ਬਲੌਕ ਡਾਇਗਰਾਮ ਪਲਾਟ ਕੀਤਾ ਹੈ, ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਸਿਸਟਮ ਨੂੰ ਅਸੀਂ ਕਾਂਸਟੈਂਟ ਟੈਂਪਰੇਚਰ ਰੈਜ਼ਰਵਾਇਰ ਦੇ ਨਾਲ ਅਟੈਚ ਕੀਤਾ ਹੈ। ਜਿਵੇਂ ਕਿ ਅਸੀਂ ਪੁਆਇੰਟਸ ਦੇ ਵਿੱਚ ਪਹਿਲਾਂ ਡਿਸਕਸ ਵੀ ਕੀਤਾ ਕਿ ਇੱਕ ਪਿਸਟਨ ਸਿਲੰਡਰ ਸਾਡਾ ਅਰੇਂਜਮੈਂਟ ਹੈ, ਉਸ ਨੂੰ ਅਸੀਂ ਸਿਸਟਮ ਕਿਹਾ, ਉਸ ਦੇ ਅੰਦਰ ਕੁਝ ਗੈਸ ਲਈ, ਉਸ ਨੂੰ ਹੀਟ ਜਦੋਂ ਸਪਲਾਈ ਕਰਾਂਗੇ ਤਾਂ ਜਿਵੇਂ ਹੀ ਉਸ ਸਿਸਟਮ ਦੀ ਹੀਟ ਵਧਣ ਦੇ ਕਰਕੇ ਉਸ ਦੇ ਅੰਦਰ ਕੁਝ ਇੰਟਰਨਲ એનર્ਜੀ ਦੇ ਅੰਦਰ ਚੇਂਜ ਆਊਗਾ, ਤਾਂ ਉਸ ਦੇ ਕਰਕੇ ਉਹਦੀਆਂ ਪ੍ਰੋਪਰਟੀਜ਼ ਚੇਂਜ ਹੋਣਗੀਆਂ। ਤਾਂ ਉਸ ਦੌਰਾਨ ਉਸ ਦਾ ਪ੍ਰੈਸ਼ਰ ਵਧੂਗਾ, ਵੋਲਿਊਮ ਵਧੂਗਾ, ਟੈਂਪਰੇਚਰ ਅਸੀਂ ਕਾਂਸਟੈਂਟ ਰੱਖਾਂਗੇ ਡਿਊ ਟੂ ਮੂਵੇਬਲ ਬਾਊਂਡਰੀ। ਤਾਂ ਟੈਂਪਰੇਚਰ ਨੂੰ ਕਾਂਸਟੈਂਟ ਰੱਖਣ ਦੇ ਲਈ ਨੀਚੇ ਅਸੀਂ ਕਾਂਸਟੈਂਟ ਟੈਂਪਰੇਚਰ ਰੈਜ਼ਰਵਾਇਰ ਨਾਲ ਅਟੈਚ ਕਰਤਾ। ਤਾਂ ਇਸ ਦੇ ਸਿਸਟਮ ਦੇ ਵਿੱਚ ਜੋ ਚੇਂਜਿਸ ਆਏ
ਉਹਨਾਂ ਨੂੰ ਅਸੀਂ ਪ੍ਰੈਸ਼ਰ ਵੋਲਿਊਮ ਚਾਰਟ ਦੇ ਵਿੱਚ ਅਸੀਂ ਕੁਝ ਇਸ ਤਰੀਕੇ ਦੇ ਨਾਲ ਪਲਾਟ ਕਰ ਰਹੇ ਹਾਂ ਕਿ ਇਸ ਜਗ੍ਹਾ ਤੇ ਤੁਸੀਂ ਦੇਖ ਪਾ ਰਹੇ ਹੋ ਕਿ ਮੈਂ ਇੱਕ ਇਨੀਸ਼ੀਅਲ ਪੁਆਇੰਟ ਲਿਆ 1 ਔਰ ਜਦੋਂ ਉਸ ਗੈਸ ਨੂੰ ਅਸੀਂ ਐਕਸਪੈਂਡ ਕਰਵਾਇਆ ਤਾਂ ਐਕਸਪੈਂਸ਼ਨ ਦੇ ਦੌਰਾਨ ਉਸ ਦਾ ਜੋ ਵੋਲਿਊਮ ਸੀ ਉਹ ਸਾਡੇ ਕੋਲ ਵਧਣਾ ਸਟਾਰਟ ਹੋ ਗਿਆ, ਉਸ ਦਾ ਜੋ ਪ੍ਰੈਸ਼ਰ ਸੀ ਉਹ ਡਿਕਰੀਜ਼ ਹੋਣਾ ਸਟਾਰਟ ਹੋ ਗਿਆ। ਤਾਂ ਜੋ ਸਾਡੇ ਕੋਲ ਇਹ ਚੇਂਜਸ ਆਏ ਤਾਂ ਇਹਨਾਂ ਨੂੰ ਅਸੀਂ ਗ੍ਰਾਫ ਦੀ ਹੈਲਪ ਦੇ ਨਾਲ ਇਸ ਤਰੀਕੇ ਦੇ ਨਾਲ ਇੱਥੇ ਸ਼ੋ ਕੀਤਾ ਹੋਇਆ। ਸੋ ਇਸ ਦੌਰਾਨ ਅਸੀਂ ਇੱਕ ਹੋਰ ਗੱਲ ਕੀਤੀ ਕਿ ਜੋ ਸਾਡਾ ਵਰਕ ਡਨ ਸਾਨੂੰ ਮਿਲੇਗਾ ਉਹ ਵਰਕ ਡਨ ਡਿਊਰਿੰਗ ਦਾ ਪ੍ਰੋਸੈਸ ਸਾਡਾ ਕੀ ਹੋਏਗਾ ਕਿ ਜੋ ਏਰੀਆ ਅੰਡਰ ਦਾ ਕਰਵ ਹੈ, ਤੁਸੀਂ ਇੱਥੇ ਸ਼ੇਡਡ ਪੋਰਸ਼ਨ ਜੋ ਦੇਖ ਰਹੇ ਹੋ ਸਾਰੇ ਦਾ ਸਾਰਾ 1 to 2 ਕਰਵ ਦੇ ਅੰਡਰ ਵੋਲਿਊਮ ਐਕਸਿਸ ਦੇ ਉੱਪਰ, ਸੋ ਇਹ ਸਾਰੇ ਦਾ ਹੀ ਸਾਰਾ ਸ਼ੇਡਡ ਪੋਰਸ਼ਨ ਸਾਡਾ ਵਰਕ ਡਨ ਬਾਏ ਦਾ ਪ੍ਰੋਸੈਸ ਹੋਊਗਾ। ਸੋ ਨੈਕਸਟ ਅਸੀਂ 1 by 1 ਗੱਲ ਕਰਾਂਗੇ ਕਿ ਇਹਦੇ ਅੰਦਰ ਜੋ ਕੈਲਕੂਲੇਸ਼ਨ ਪੋਰਸ਼ਨ ਹੈ ਜਿਸ ਦੇ ਵਿੱਚ ਅਸੀਂ ਵਰਕ ਡਨ ਕੈਲਕੂਲੇਟ ਕਰਾਂਗੇ, ਹੀਟ ਟਰਾਂਸਫਰ ਕੈਲਕੂਲੇਟ ਕਰਾਂਗੇ, ਤਾਂ ਉਹਨਾਂ ਦੀਆਂ ਜੋ ਸਾਡੇ ਕੋਲ ਇਕੁਏਸ਼ਨਸ ਬਣਨਗੀਆਂ ਉਹ ਕਿਸ ਤਰੀਕੇ ਦੇ ਨਾਲ ਹੋਣਗੀਆਂ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਜੋ ਸਾਡੀ ਆਈਸੋਥਰਮਲ ਪ੍ਰੋਸੈਸ ਹੈ, ਕੌਨਸਟੈਂਟ ਟੈਂਪਰੇਚਰ ਦਾ ਪ੍ਰੋਸੈਸ, ਇਸ ਦੌਰਾਨ ਸਾਡਾ ਜੋ ਵਰਕ ਡਨ ਹੋਏਗਾ ਡਿਊਰਿੰਗ ਦਾ ਪ੍ਰੋਸੈਸ 1 to 2 ਉਹ ਸਾਨੂੰ ਕੀ ਮਿਲੇਗਾ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਪਿਛਲੀਆਂ ਵੀ ਅਸੀਂ ਕੁਝ ਵੀਡੀਓਜ਼ ਦੇ ਵਿੱਚ ਦੇਖਿਆ ਸੀ ਕਿ ਕਿਸੇ ਵੀ ਪ੍ਰੋਸੈਸ ਦਾ ਜੋ ਵਰਕ ਡਨ ਹੁੰਦਾ ਤਾਂ ਉਹ ਹੁੰਦਾ ਸਾਡੇ ਕੋਲ ਏਰੀਆ ਅੰਡਰ ਦਾ ਕਰਵ, ਜੋ ਕਿ ਅਸੀਂ ਕੈਲਕੂਲੇਟ ਕਰ ਸਕਦੇ ਹਾਂ ਉਸ ਜਗ੍ਹਾ ਦਾ ਪ੍ਰੈਸ਼ਰ ਚੇਂਜ ਕਿੰਨਾ ਆਇਆ ਅਤੇ ਉਸ ਜਗ੍ਹਾ 'ਤੇ ਸਾਡਾ ਵੋਲਿਊਮ ਚੇਂਜ ਕਿੰਨਾ ਆਇਆ। ਤਾਂ ਇਸ ਜਗ੍ਹਾ 'ਤੇ ਅਸੀਂ ਉਸ ਦਾ ਜੋ ਵਰਕ ਕੈਲਕੂਲੇਟ ਕਰਨਾ ਹੈ ਉਸ ਦੀ ਕੁਝ ਇੰਟੀਗ੍ਰੇਸ਼ਨ ਕਰ ਲਈ P into dV ਦੀ ਇੰਟੀਗ੍ਰੇਸ਼ਨ ਕੀਤੀ ਫਰੋਮ 1 to 2 ਬਿਕੋਜ਼ ਸਾਡੀ ਜੋ ਪ੍ਰੋਸੈਸ ਚੇਂਜ ਹੋ ਰਹੀ ਹੈ ਉਹ 1 to 2 ਹੋ ਰਹੀ ਹੈ। ਸੋ ਇੱਥੇ ਲਿਮਿਟਸ ਪੁੱਟ ਕਰਤੀਆਂ ਕਿ ਇੱਥੇ ਡੈਲਟਾ V ਲਿਆ ਸੀ। ਡੈਲਟਾ V ਕੀ ਹੈ ਕਿ ਡਿਫਰੈਂਸ਼ੀਏਸ਼ਨ ਆਫ ਵੋਲਿਊਮ। ਤਾਂ ਇਸ ਜਗ੍ਹਾ 'ਤੇ ਫਿਰ ਜੋ ਅਸੀਂ ਲਿਮਿਟਸ ਪੁੱਟ ਕਰਾਂਗੇ ਵੋਲਿਊਮ ਦੇ ਰਿਸਪੈਕਟਿਵ ਇਸ ਨੂੰ ਚੇਂਜ ਕਰਾਂਗੇ ਤਾਂ ਵੋਲਿਊਮ V1 to V2। ਸੋ ਇਹਨੂੰ ਅਸੀਂ ਇਕੁਏਸ਼ਨ ਨੰਬਰ 1 ਕਹਿਤਾ। ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਇਹ ਸਾਡੇ ਕੋਲ ਕੌਨਸਟੈਂਟ ਟੈਂਪਰੇਚਰ ਦਾ ਪ੍ਰੋਸੈਸ ਹੈ, ਸੋ ਇਸ ਜਗ੍ਹਾ 'ਤੇ ਅਸੀਂ ਬੋਇਲਜ਼ ਲਾ ਨੂੰ ਅਪਲਾਈ ਕਰਾਂਗੇ। ਤਾਂ ਬੋਇਲਜ਼ ਲਾ ਕੀ ਕਹਿੰਦਾ ਜਦੋਂ ਵੀ ਕਿਸੇ ਪ੍ਰੋਸੈਸ ਦਾ ਟੈਂਪਰੇਚਰ ਕੌਨਸਟੈਂਟ ਹੁੰਦਾ ਤਾਂ ਉਸ ਦੌਰਾਨ ਜੋ ਮੇਰਾ ਪ੍ਰੋਸੈਸ ਹੁੰਦਾ ਉਹ ਕੀ ਹੁੰਦਾ PV ਇਜ਼ ਇਕੁਅਲਸ ਟੂ ਕੌਨਸਟੈਂਟ। ਹੁਣ PV ਇਜ਼ ਇਕੁਅਲਸ ਟੂ ਕੌਨਸਟੈਂਟ ਆ, ਉਸੇ ਹੀ ਪ੍ਰੋਸੈਸ ਨੂੰ ਅਸੀਂ ਦੋਨਾਂ ਪੁਆਇੰਟਸ ਦੇ ਉੱਤੇ ਅਪਲਾਈ ਕਰਾਂਗੇ ਕਿ ਫਸਟ ਪੁਆਇੰਟ 'ਤੇ ਸਾਡੇ ਕੋਲ ਬਣ ਜਾਏਗਾ P1 V1 ਇਜ਼ ਇਕੁਅਲਸ ਟੂ ਕੌਨਸਟੈਂਟ, ਸੈਕਿੰਡ ਪੁਆਇੰਟ 'ਤੇ ਬਣ ਜਾਏਗਾ P2 V2 ਇਜ਼ ਇਕੁਅਲਸ ਟੂ ਕੌਨਸਟੈਂਟ। ਤਾਂ ਇਸੇ ਤਰ੍ਹਾਂ ਹੀ ਅਸੀਂ ਦੇਖਾਂਗੇ ਕਿ ਤਿੰਨੇ ਹੀ PV ਇਜ਼ ਇਕੁਅਲਸ ਟੂ P1 V1 ਇਜ਼ ਇਕੁਅਲਸ ਟੂ P2 V2 ਇਜ਼ ਇਕੁਅਲਸ ਟੂ ਕੌਨਸਟੈਂਟ ਆ ਗਿਆ ਸਾਡੇ ਕੋਲ। ਤਾਂ ਇਸ ਜਗ੍ਹਾ 'ਤੇ ਅਸੀਂ ਕੀ ਕੀਤਾ, ਨੈਕਸਟ ਵੋਲਿਊਮ ਨੂੰ ਇਹਨਾਂ ਦੇ ਨੀਚੇ ਅਸੀਂ ਡਿਵਾਈਡ ਕਰਤਾ, ਦੋ ਪ੍ਰੋਸੈਸਿਸ ਨੂੰ ਅਲੱਗ-ਅਲੱਗ ਲੈ ਕੇ PV ਇਜ਼ ਇਕੁਅਲਸ ਟੂ P1 V1। ਨੈਕਸਟ ਸਟੈਪ ਦੇ ਵਿੱਚ ਕਰਾਂਗੇ PV ਇਜ਼ ਇਕੁਅਲਸ ਟੂ P2 V2। ਤਾਂ ਇਸ ਜਗ੍ਹਾ 'ਤੇ P ਦੀ ਵੈਲਿਊ ਅਸੀਂ ਕੈਲਕੂਲੇਟ ਕਰ ਲਈ ਕਿ P1 V1 ਦੇ ਕੇਸ ਦੇ ਵਿੱਚ ਮੇਰੇ ਕੋਲ ਵੈਲਿਊ ਆ ਜਾਏਗੀ P1 V1 ਓਵਰ V ਔਰ ਸੈਕਿੰਡ ਕੇਸ ਦੇ ਵਿੱਚ ਆ ਜਾਏਗੀ ਮੇਰੇ ਕੋਲ P2 V2 ਓਵਰ V। ਇਸ ਨੂੰ ਅਸੀਂ ਕਹਿਤਾ ਇਕੁਏਸ਼ਨ ਨੰਬਰ 2। ਸੋ ਅਸੀਂ ਇਸ ਜਗ੍ਹਾ ਤੋਂ ਸੈਕਿੰਡ ਇਕੁਏਸ਼ਨ ਤੋਂ P ਦੀ ਵੈਲਿਊ ਜੋ ਅਸੀਂ ਕੱਢੀ ਹੈ ਇਸ ਨੂੰ ਅਸੀਂ ਇਕੁਏਟ ਕਰ ਦਾਂਗੇ ਇਕੁਏਸ਼ਨ ਨੰਬਰ 1 ਦੇ ਵਿੱਚ। ਸੋ ਇਹ ਚੀਜ਼ ਨੂੰ ਅਗਰ ਇਕੁਏਟ ਕਰਾਂਗੇ ਤਾਂ ਐਜ਼ ਇਟ ਇਜ਼ ਇਹੀ ਫਾਰਮੂਲਾ ਸਾਡੇ ਕੋਲ ਬਣ ਜਾਏਗਾ ਵਰਕ ਇਜ਼ ਇਕੁਅਲਸ ਟੂ ਇੰਟੀਗ੍ਰੇਸ਼ਨ ਲਿਮਿਟਸ ਨੇ V1 V2 ਔਰ ਇੱਥੇ P ਦੀ ਵੈਲਿਊ ਹੁਣ ਪੁੱਟ ਕਰਤੀ ਅਸੀਂ P1 V1 ਓਵਰ V ਔਰ ਡੈਰੀਵੇਟਿਵ ਆਫ V। ਨੈਕਸਟ ਅਸੀਂ ਕਰਾਂਗੇ ਇਹਦਾ ਡੈਰੀਵੇਟਿਵ ਲੈਣਾ। ਹੁਣ ਸਾਨੂੰ ਪਤਾ ਕਿ ਜਦੋਂ ਕਿਸੇ ਚੀਜ਼ ਦਾ ਡੈਰੀਵੇਟਿਵ ਲੈਣੇ ਆ ਤਾਂ ਉੱਥੇ ਦੇਖਦੇ ਹਾਂ ਕਿ ਇਹਦਾ ਜਦੋਂ ਇੰਟੀਗ੍ਰੇਸ਼ਨ ਕਰਦੇ ਹਾਂ ਉਸਦੀ ਤਾਂ ਉੱਥੇ ਡੈਰੀਵੇਟਿਵ ਦੇਖਦੇ ਹਾਂ ਕਿ ਕਿਸ ਚੀਜ਼ ਦਾ ਹੈ। ਹੁਣ ਇੱਥੇ ਡੈਰੀਵੇਟਿਵ ਵੋਲਿਊਮ ਦਾ। ਸੋ ਬਾਕੀ ਦੀਆਂ ਜਿਹੜੀਆਂ ਸਾਡੇ ਕੋਲ ਟਰਮ ਸੀਗੀਆਂ P1 V1 ਉਹ ਕੌਨਸਟੈਂਟ ਆ ਗਈਆਂ। ਸੋ ਇਸ ਜਗ੍ਹਾ 'ਤੇ ਹੁਣ ਇੰਟੀਗ੍ਰੇਸ਼ਨ ਸੋਲਵ ਆਊਟ ਕਰਾਂਗੇ। ਸਾਨੂੰ ਪਤਾ ਕਿ 1 by V ਦੀ ਜੋ ਇੰਟੀਗ੍ਰੇਸ਼ਨ ਹੋਏਗੀ ਉਹ ਆ ਜਾਏਗੀ log of V। ਲਿਮਿਟਸ ਮੇਰੇ ਕੋਲ ਐਜ਼ ਇਟ ਇਜ਼ ਰਹਿ ਜਾਣਗੀਆਂ। ਨੈਕਸਟ ਅਗਲੇ ਸਟੈਪ ਦੇ ਵਿੱਚ ਅਸੀਂ ਕੀ ਕੀਤਾ, ਇਹਨਾਂ ਲਿਮਿਟਸ ਨੂੰ ਪੁੱਟ ਕੀਤਾ ਅਪਰ ਲਿਮਿਟ ਮਾਈਨਸ ਲੋਅਰ ਲਿਮਿਟ। ਅਪਰ ਲਿਮਿਟ ਮਾਈਨਸ ਲੋਅਰ ਲਿਮਿਟ ਕੀਤਾ log of V2 ਮਾਈਨਸ log of V1 ਆ ਗਿਆ। ਨੈਕਸਟ ਦੇਖਦੇ ਹਾਂ ਜੀ, ਸਾਨੂੰ ਪਤਾ ਹੈ ਕਿ log of A ਮਾਈਨਸ log of V ਕਿਹਦੇ ਕੋਲ ਹੁੰਦਾ log of A upon B। ਸੋ ਇਸ ਜਗ੍ਹਾ 'ਤੇ ਜੋ ਮੇਰੀ ਵੈਲਿਊ ਆ ਗਈ P1 V1 log of E V2 by V1। ਸੋ ਇਸੇ ਚੀਜ਼ ਨੂੰ ਅਸੀਂ ਕੈਲਕੂਲੇਟ ਅੱਗੇ ਕਰ ਸਕਦੇ ਹਾਂ P1 V1 log of E R। ਹੁਣ ਇੱਥੇ R ਕਿੱਥੋਂ ਆ ਗਿਆ ਕਿ ਜੋ ਸਾਡੇ ਕੋਲ ਰੇਸ਼ੀਓ ਸੀ V2 by V1 ਉਹ ਸਾਡੇ ਕੋਲ ਐਕਸਪੈਂਸ਼ਨ ਰੇਸ਼ੀਓ ਹੈ ਜਿਹਨੂੰ ਅਸੀਂ R ਲੈ ਲਿਆ।
ਨੈਕਸਟ ਇਸੇ ਨੂੰ ਹੀ ਸਾਨੂੰ ਪਤਾ ਹੈ ਕਿ ਜੋ ਸਾਡੀ ਕੌਨਸਟੈਂਟ ਗੈਸ ਇਕੁਏਸ਼ਨ ਹੈ ਉਹ PV = MRT ਹੁੰਦੀ ਹੈ। ਤਾਂ ਇਸ ਜਗ੍ਹਾ ਤੇ ਅਸੀਂ P1V1 ਦੀ ਜਗ੍ਹਾ ਤੇ MRT ਵੀ ਨੋਟ ਕਰ ਸਕਦੇ ਹਾਂ। ਸੋ ਜੋ ਸਾਡਾ ਫਾਈਨਲ ਵਰਕ ਡਨ ਆ ਗਿਆ ਉਹ ਆ ਗਿਆ MRT log of ER। ਸੋ ਨੈਕਸਟ ਅਸੀਂ ਦੇਖਾਂਗੇ ਕਿ ਇਸੇ ਤਰੀਕੇ ਦੇ ਨਾਲ ਹੀ ਜੇ ਅਸੀਂ ਕੈਲਕੂਲੇਟ ਕਰੀਏ ਕਿ ਸਾਡੇ ਕੋਲ ਚੇਂਜ ਇਨ ਇੰਟਰਨਲ ਐਨਰਜੀ ਕਿੰਨਾ ਆਏਗਾ। ਸੋ ਇਸ ਤਰੀਕੇ ਦੇ ਨਾਲ ਹੋਏਗਾ। ਸਾਨੂੰ ਪਤਾ ਕਿ ਚੇਂਜ ਇਨ ਜੋ ਇੰਟਰਨਲ ਐਨਰਜੀ ਹੁੰਦਾ ਹੈ ਉਹ ਹੈ ਡੈਲਟਾ U ਦੇ ਨਾਲ ਆਪਾਂ ਡਿਨੋਟ ਕਰਦੇ ਹਾਂ ਫॉर ਦਾ ਪ੍ਰੋਸੈਸ 1 to 2। ਇੰਟੀਗ੍ਰੇਸ਼ਨ ਕਰਾਂਗੇ ਐਜ਼ ਇਟ ਇਜ਼ m × CV dt। ਸੋ ਉਸ ਚੀਜ਼ ਦੀਆਂ ਅਸੀਂ ਲਿਮਿਟਸ ਪੁੱਟ ਕਰਾਂਗੇ। ਲਿਮਿਟਸ ਪੁੱਟ ਕਰਕੇ ਆ ਗਿਆ T1 to T2, ਬਾਕੀ ਐਜ਼ ਇਟ ਇਜ਼ ਹੀ। ਹੁਣ ਜਦੋਂ ਇਹਦੀ ਇੰਟੀਗ੍ਰੇਸ਼ਨ ਕਰਾਂਗੇ MCV ਸਾਡੇ ਕੋਲ ਕੌਨਸਟੈਂਟ ਟਰਮ ਸੀ, dt ਦੀ ਅਸੀਂ ਇੰਟੀਗ੍ਰੇਸ਼ਨ ਕੀਤੀ, ਅਪਰ ਲਿਮਿਟ ਮਾਈਨਸ ਲੋਅਰ ਲਿਮਿਟ ਕੀਤਾ ਤਾਂ ਸਾਡੇ ਕੋਲ ਜੋ ਵੈਲਿਊ ਆ ਗਈ T2 - T1। ਬਟ ਇੱਕ ਚੀਜ਼ ਇੱਥੇ ਦੇਖਣ ਵਾਲੀ ਹੈ ਕਿ ਸਾਡੇ ਕੋਲ ਜੋ ਟੈਂਪਰੇਚਰ ਚੇਂਜ ਹੈ ਉਹ ਸਾਡਾ ਕੌਨਸਟੈਂਟ ਹੈ। T1 = T2 ਹੈ। ਜਦੋਂ ਇੱਥੇ ਪੁੱਟ ਕਰਾਂਗੇ ਤਾਂ 0 ਆ ਜਾਊਗਾ। 0 × ਸਮਥਿੰਗ = 0। ਇਟ ਮੀਨਸ ਇਸ ਕੇਸ ਦੇ ਅੰਦਰ ਜੋ ਸਾਨੂੰ ਇੰਟਰਨਲ ਐਨਰਜੀ ਮਿਲੂਗੀ ਉਹ 0 ਦੇ ਬਰਾਬਰ ਹੋਊਗੀ। ਨੈਕਸਟ ਅਸੀਂ ਇਸੇ ਪ੍ਰੋਸੈਸ ਦੇ ਅੰਦਰ ਗੱਲ ਕਰਦੇ ਹਾਂ ਜੀ ਹੀਟ ਟਰਾਂਸਫਰ ਦੇ ਬਾਰੇ ਕਿ ਜਦੋਂ ਪ੍ਰੋਸੈਸ 1 to 2 ਚੇਂਜ ਹੋ ਰਿਹਾ ਤਾਂ ਕਿੰਨੀ ਹੀਟ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਟਰਾਂਸਫਰ ਹੋ ਰਹੀ ਹੈ। ਸਾਨੂੰ ਪਤਾ ਹੈ ਕਿ ਫਰੋਮ ਦਾ ਫਰਸਟ ਲਾਅ ਆਫ ਥਰਮੋਡਾਇਨਮਿਕਸ ਜੋ ਹੀਟ ਚੇਂਜ ਹੁੰਦਾ ਕਿਸੇ ਵੀ ਪ੍ਰੋਸੈਸ ਦੇ ਦੌਰਾਨ ਉਹ ਹੁੰਦਾ ਚੇਂਜ ਇਨ ਇੰਟਰਨਲ ਐਨਰਜੀ ਪਲੱਸ ਵਰਕ ਡਨ ਦੇ ਬਰਾਬਰ। ਤਾਂ ਇਹ ਆ ਗਿਆ ਸਾਡੇ ਕੋਲ ਡੈਲਟਾ U 1 to 2 ਪਲੱਸ ਵਰਕ ਡਨ ਫਰੋਮ 1 to 2। ਤਾਂ ਇਸ ਕੇਸ ਦੇ ਵਿੱਚ ਆਪਾਂ ਹੁਣੇ ਪਿੱਛੇ ਕੈਲਕੂਲੇਟ ਕਰਕੇ ਹਟੇ ਹਾਂ ਕਿ ਜੋ ਸਾਡਾ ਇੰਟਰਨਲ ਐਨਰਜੀ ਵਿੱਚ ਚੇਂਜ ਹੈ ਉਹ ਸਾਡਾ 0 ਹੈ। ਸੋ ਇੱਥੋਂ ਸਾਡੇ ਕੋਲ ਕੀ ਆ ਗਿਆ ਕਿ ਇਸ ਟਰਮ ਨੂੰ ਅਸੀਂ 0 ਪੁੱਟ ਕੀਤਾ ਤਾਂ ਬਾਕੀ ਜੋ ਚੇਂਜ ਇਨ ਹੀਟ ਆਇਆ, ਜੋ ਹੀਟ ਟਰਾਂਸਫਰ ਹੈ ਸਾਡਾ Q1 to 2 ਉਹ ਆ ਗਿਆ ਸਾਡੇ ਕੋਲ ਵਰਕ ਡਨ ਫਰੋਮ 1 to 2। ਔਰ ਵਰਕ ਡਨ ਅਸੀਂ ਪਹਿਲਾਂ ਆਲਰੇਡੀ ਕੈਲਕੂਲੇਟ ਕਰ ਚੁੱਕੇ ਹਾਂ। ਸੋ ਸਾਡੇ ਕੋਲ ਇੱਥੇ ਹੀਟ ਟਰਾਂਸਫਰ ਦੀ ਵੈਲਿਊ ਆਈ ਜੋ ਅਸੀਂ ਵਰਕ ਡਨ ਦੀ ਪਹਿਲਾਂ ਕੈਲਕੂਲੇਟ ਕੀਤੀ ਸੀ, ਜੋ ਕਿ ਹੈ P1V1 log of EV2/V1। ਔਰ ਇਸ ਨੂੰ ਅਸੀਂ ਜਿਵੇਂ ਪਹਿਲਾਂ ਵੀ ਕੈਲਕੂਲੇਟ ਕੀਤਾ ਸੀ ਲਿਖ ਸਕਦੇ ਹਾਂ MRT log of ER। ਇਸ ਦੇ ਬਰਾਬਰ ਵੀ ਸਾਡੀ ਇਹ ਚੀਜ਼ ਹੋ ਸਕਦੀ ਹੈ। ਨੈਕਸਟ ਨਾਲ ਹੀ ਗੱਲ ਕਰਦੇ ਹਾਂ ਚੇਂਜ ਇਨ ਐਂਥੈਲਪੀ ਕਿ ਐਂਥੈਲਪੀ ਦੇ ਅੰਦਰ ਸਾਡਾ ਕਿੰਨਾ ਚੇਂਜ ਹੋਏਗਾ। ਸੋ ਐਂਥੈਲਪੀ ਦਾ ਫਾਰਮੂਲਾ ਸਾਨੂੰ ਪਤਾ ਹੈ mCp × ਟੈਂਪਰੇਚਰ ਡਿਫਰੈਂਸ। ਔਰ ਇਸ ਕੇਸ ਦੇ ਵਿੱਚ ਸਾਨੂੰ ਪਤਾ ਕਿ ਟੈਂਪਰੇਚਰ ਡਿਫਰੈਂਸ ਸਾਡਾ ਕਿੰਨਾ ਹੈ ਕੌਨਸਟੈਂਟ। ਸੋ ਆ ਗਿਆ ਸਾਡਾ 0। ਤਾਂ ਕੰਪਲੀਟ ਸਾਡੀ ਜੋ ਚੇਂਜ ਇਨ ਐਂਥੈਲਪੀ ਆ ਗਈ ਉਹ ਵੀ ਸਾਡੀ ਆ ਗਈ 0। ਨੈਕਸਟ ਅਸੀਂ ਕੈਲਕੂਲੇਟ ਕਰਾਂਗੇ ਚੇਂਜ ਇਨ ਐਂਟਰੋਪੀ ਕਿ ਪੂਰੇ ਸਿਸਟਮ ਦੇ ਅੰਦਰ ਜਦੋਂ ਸਾਡੀ ਹੀਟ ਅਸੀਂ ਟਰਾਂਸਫਰ ਕਰਦੇ ਹਾਂ, ਟੈਂਪਰੇਚਰ ਸਾਡਾ ਕੌਨਸਟੈਂਟ ਹੈ ਤਾਂ ਉਸ ਦੌਰਾਨ ਸਾਡਾ ਚੇਂਜ ਇਨ ਐਂਟਰੋਪੀ ਕਿੰਨਾ ਹੋਊਗਾ। ਸੋ ਤੁਸੀਂ ਸਾਹਮਣੇ ਸਕਰੀਨ ਦੇ ਉੱਤੇ ਇੱਕ ਚਾਰਟ ਪਲਾਟ ਕੀਤਾ ਹੋਇਆ ਦੇਖ ਪਾ ਰਹੇ ਹੋ। ਉਸ ਚਾਰਟ ਦੇ ਵਿੱਚ ਅਸੀਂ ਕੀ ਕੀਤਾ ਹੋਇਆ, ਇੱਕ ਕੰਪੈਰੀਜ਼ਨ ਕੀਤਾ ਕਿ ਜਦੋਂ ਇਸ ਪ੍ਰੋਸੈਸ ਦੇ ਅੰਦਰ ਕੁਝ ਐਬਸੋਲੂਟ ਟੈਂਪਰੇਚਰ ਚੇਂਜ ਅਸੀਂ ਦੇਵਾਂਗੇ ਤਾਂ ਉਸ ਦੌਰਾਨ ਐਂਟਰੋਪੀ ਦੇ ਅੰਦਰ ਚੇਂਜ ਕਿੰਨਾ ਆਊਗਾ। ਸਾਨੂੰ ਪਤਾ ਕਿ ਟੈਂਪਰੇਚਰ ਜੋ ਚੇਂਜ ਹੋ ਰਿਹਾ ਉਹ ਸਾਡਾ ਕੌਨਸਟੈਂਟ ਹੈ, ਕਿਸੇ ਵੀ ਤਰ੍ਹਾਂ ਦਾ ਟੈਂਪਰੇਚਰ ਨਾ ਵੱਧ ਰਿਹਾ ਨਾ ਘਟ ਰਿਹਾ। ਤਾਂ ਉਸ ਦੌਰਾਨ ਜੋ ਐਂਟਰੋਪੀ ਹੈ ਸਿਰਫ ਉਹ ਚੇਂਜ ਹੋ ਰਹੀ ਹੈ ਫਰੋਮ ਦਾ ਪ੍ਰੋਸੈਸ 1 to 2। ਸੋ ਫਸਟ ਪੁਆਇੰਟ ਦੇ ਰਿਸਪੈਕਟਿਵ ਐਂਟਰੋਪੀ ਹੈ S1 ਐਂਡ ਸੈਕੰਡ ਪੁਆਇੰਟ ਦੇ ਕੋਰਸਪੋਂਡਿੰਗ ਐਂਟਰੋਪੀ ਦੀ ਵੈਲਿਊ ਹੈ S2। ਸੋ ਇਸੇ ਚੀਜ਼ ਨੂੰ ਹੀ ਇੱਥੇ ਰਿਪਰੈਜ਼ੈਂਟ ਕੀਤਾ ਹੋਇਆ। ਕਹਿੰਦਾ ਜਿਵੇਂ ਦੱਸ ਰਿਹਾ figure represents the line 1 to 2 of an isothermal expansion of the gas at constant temperature T. Entropy increases from S1 to S2 as the heat absorbed by the gas during the expansion. Heat absorbed in is given by the area कि कितनी हीट ਹੁਣ absorb ਹੋਈ ਜਦੋਂ एंट्रोपी 1 to 2 increase ਕਰ ਰਹੀ ਹੈ ਉਹ ਸਾਡੇ ਕੋਲ ਆ ਜਾਏਗੀ area under the curve on the entropy axis। ਸੋ ਇਹ ਆ ਗਿਆ ਸਾਡੇ ਕੋਲ ਕਿ ਕਿੰਨਾ ਟੈਂਪਰੇਚਰ ਸਾਡੇ ਕੋਲ ਰਾਈਜ਼ ਹੋਇਆ। ਉਹ ਇਨੀਸ਼ੀਅਲ ਟੈਂਪਰੇਚਰ ਸੀਗਾ ਜੋ ਵੀ ਉਹ ਲੈ ਲਿਆ ਸੀ T, ਉਸ ਨੂੰ ਅਸੀਂ ਮਲਟੀਪਲਾਈ ਕਰਤਾ ਐਂਟਰੋਪੀ ਡਿਫਰੈਂਸ ਦੇ ਨਾਲ ਕਿ ਕਿੰਨੀ ਐਂਟਰੋਪੀ ਸਾਡੀ ਇਨਕਰੀਜ਼ ਹੋਈ, ਉਹ ਹੈਗੀ ਹੈ S2 - S1। ਸੋ ਇਸ ਜਗ੍ਹਾ 'ਤੇ ਸਾਨੂੰ ਇਹ ਵੀ ਪਤਾ ਕਿ ਜੋ ਅਸੀਂ ਹੀਟ ਟਰਾਂਸਫਰ ਕੀਤਾ ਜਾਂ ਜੋ ਸਾਡਾ ਵਰਕ ਡਨ ਸੀ ਉਹ ਦੋਨੋਂ ਬਰਾਬਰ ਸੀ ਔਰ ਦੋਨੋਂ ਹੀ ਸਾਡੇ ਕੋਲ ਆ ਗਏ ਇਕੁਅਲ ਟੂ ਇੰਟੀਗ੍ਰੇਸ਼ਨ ਆਫ T × ds। ਹੁਣ T × ds ਕਿੱਥੋਂ ਆ ਗਿਆ, ਏਰੀਆ ਆਫ ਦਾ ਕਰਵ, ਜਿਵੇਂ ਕਿ ਇੱਥੇ ਅਸੀਂ ਕੱਢਿਆ।
सो पूरे सिस्टम की असी एंट्रोपी कैलकुलेट करनी है। सो इस करके इत्थे असी इंटीग्रेशन करती और लिमिट्स S1 टू S2 पुट कीतियां ने, क्योंकि साडे कोल एंट्रोपी चेंज हो रही है S1 टू S2। सो इस जगह पर जदों असी इसकी इंटीग्रेशन करांगे तो T साडे कोल कॉन्सटेंट रह जाएगी, डी एस के रिस्पैक्टिव असी इंटीग्रेशन करांगे तो साडे कोल फाइनल करके आ जाएगा S2 माइनस S1। सो इस जगह ते हुण असी S2 माइनस S1 की अगर वैल्यू कैलकुलेट करिए तो वह साडे कोल आ जाएगी S2 माइनस S1 T क्यू दे नीचे चला गया, क्यू ओवर T। इनू असी कहता इक्वेशन नंबर 3। हुणी असी एक वर्क डन कैलकुलेट किया जिस दे विच साडे कोल चेंज इन एंट्रोपी की असी वैल्यू कड्ढी Q बाय T। बट ऑलसो सानू पता है कि वर्क डन ड्यूरिंग द आइसोथर्मल प्रोसैस जो कि असी पहला कैलकुलेट किया सी वो साडे कोल सी कि W इज इक्वल्स टू P1 V1 log ऑफ E इंटू V2 बाय V1 और नाल ही कुछ दे रहा कि जो Q की वैल्यू है वो W दे इक्वल है। सो इस जगह पे जो W सी उही Q है और Q की वैल्यू हुणी असी कड्ढी सी पिछली 3rd इक्वेशन दे विच, उत्थों ही असी वैल्यू W की इत्थे पुट कर लेनी है। तो साडे कोल आ गई वैल्यू S2 माइनस S1 इंटू T इज इक्वल्स टू दिस वैल्यू। ये वैल्यू आपां पिछे कड्ढी सी, सो इस करके असी इत्थे पुट कर ली। तो नैक्सट आ गया साडे कोल S2 माइनस S1 T दे नाल असी इनू डिवाइड कर देंगे इक्वेशन नू। सो T नीचे आ गया और सानू पता है कि इस जो पूरी इक्वेशन है आइसोथर्मल प्रोसैस है तो इस प्रोसैस दे विच टैंपरेचर साडा कॉन्सटेंट है। सो इस करके तिन्ने टैंपरेचर साडे सेम होणगे। T की वैल्यू T1 के बराबर है या T2 के बराबर है, कुछ भी ले सकते हैं। सो इस जगह के उत्ते असी इसनों जो इत्थे T सी उन्होंने इत्थे T1 नोट कर लिया, बाकी एज इट इज़ ही रख लिया। तो अगले स्टैप के सानू ये भी पता कि गैस इक्वेशन तो PV इज इक्वल्स टू MRT, तो P1 V1 की जगह पर असी नोट कर लिया MRT1। तो T1 आपस के कैंसल आउट हो गया, बाकी बचा मेरे को एज इट इज़। सो जो मेरे को फाइनल चेंज इन एंट्रोपी आ गया S2 माइनस S1 इज इक्वल्स टू MR इंटू लॉग ऑफ E रेशो ऑफ V2 बाय V1। सो नैक्सट असी गल करते हैं रिलेशनशिप बिटवीन PV एंड T कि प्रैशर वॉल्यूम ते टैंपरेचर दे विच की रिलेशन होएगा आइसोथर्मल प्रोसैस दे अंदर। सो साडे कोल आ जाएगा P1 V1 ओवर T1 इज इक्वल्स टू P2 V2 बाय T2। ये साडे कोल रिलेशन पहली गल कित्थों आया, सानू पता कि जो साडी गैस इक्वेशन है PV इज इक्वल्स टू MRT, इत्थों ही असी ये रिलेशन एस्टैबलिश किया फ्रॉम प्रोसैस चेंज 1 to 2 कि जो प्रोसैस 1 to 2 चेंज होंदा तो उस दौरान साडे कोल जो चेंजिस ने इस तरीके दे नाल होणगे। सो इत्थे T साडा कॉन्सटेंट है, तो साडे कोल जो प्रोसैस चेंज आया वो आ गया P1 V1 इज इक्वल्स टू P2 V2। सो ये नाल ही मेरा टॉपिक कंप्लीट है, वीडियो कंप्लीट होगी आइसोथर्मल प्रोसैसेस दे उत्ते। सो होपफुली तुहानू वीडियो समझ लगी होगी। अगर कोई चीज़ नहीं समझ लगी तो कमेंट करके जरूर दस्सिओ। ओके जी, थैंक यू वेरी मच। सत श्री अकाल जी।